सतनाम करता पुरख निर्भव निर्वैर अकाल मूरत अजूनी सैभं गुर प्रसाद मूक उच्चर शास्त्र खट पिंग गिरन चढ़ जाए अंध लखे बदरो सुनै जो काल कृपा कराए कहाँ बुद्ध प्रभ तुझ हमारी वर्ण सकै महिमा जो तिहारी हम ना सगत कर सिवत तुम्हारी आप ले हो तुम कथा सुधारी ज्यों बुलावे त्यों बोले स्वामी कुदरत कवण हमारी साध संग नानक जस गायो जो प्रभु की अत प्यारी साध संग नानक जस गायो जो प्रभु की अत प्यारी सतनाम श्री वाहिगुरु साहिब जी आसा करवत भला न करवट तेरी लाग गले सुन बिनती मेरी हों वारी मुख फेर प्यारे करवट दे मुको काहे को मारे करवत भला न करवट तेरी। वाहिगुरु जी का खालसा वाहिगुरु जी की फतेह। पतत पावन भगत अचल कृपा निधान जुगो जुग अटल चवर छतर तख्त दे मालक प्रगट गुरां की देह प्रतख हार धन धन साहिब सतगुरु श्री गुरु ग्रंथ साहिब महाराज जी दे परम पवित्र सत संगत हजूरी दे अंदर साहिब श्री गुरु तेग बहादुर साहिब महाराज जी दे महान पावन पवित्र भजन बंदगी अस्थान गुरुद्वारा श्री भोरा साहिब जी विखे सतगुरु महाराज दे पावन गुरता गद्दी तख्त दरबारां दे अंदर हाजरियां भर के दर्शन दिदारे करके लाहा प्राप्त कर रहे गुरु प्यारी खालसा साध संगत जी वड्डे भाग हन आप समूह माई भाई गुरसिख संगतां दे जो सतगुरु महाराज जी दे पावन अस्थानां ते अमृत वेले दीयां हाजरियां भरन दा सुभाग प्राप्त हो रहा है। सतगुरु साहिब जी परम पवित्र उपदेश बख्शिश कर रहे हैं। साहिबां दा पावन उपदेश श्रवण करन दे वास्ते एकाग्रता बख्शिए शरीर करके जिथे भी सेवा करन दा समा मिलिया सेवा विच जुड़े हुए मन करके महाराज दे दरबार विच हाजरी भरो। आखो सतनाम श्री वाहिगुरु साहिब जी सतनाम श्री वाहिगुरु साहिब जी सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਰਵਤ ਭਲਾ ਨਾ ਕਰਵਟ ਤੇਰੀ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਰਮ ਪਵਿੱਤਰ ਅੰਗ 484। ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸੁਭਾਏਮਾਨ ਹੈ। ਇਹ ਪਾਵਨ ਸ਼ਬਦ ਇਹਦੀਆਂ ਤਿੰਨ ਉਚਾਰਕਾਂ ਮਹਾਂਪੁਰਖ ਸਰਵਣ ਕਰਾਉਂਦੇ ਨੇ। ਉਚਾਰਕਾਂ ਦਾ ਭਾਵ ਹੁੰਦਾ ਹੈ ਸ਼ਬਦ ਕਿਸ ਪ੍ਰਯੋਜਨ ਦੇ ਨਾਲ ਉਚਾਰਿਆ, ਪਰ ਹੁੰਦਾ ਏ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਉਪਦੇਸ਼ ਸਾਰੇ ਜਗਤ ਨੂੰ ਸਾਂਝਾ ਹੀ ਹੁੰਦਾ ਹੈ। ਇੱਕ ਵਾਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਆਪਣੇ ਘਰ ਦੇ ਵਿੱਚ ਬਿਰਾਜਮਾਨ ਸਨ। ਮਾਈ ਲੋਈ ਆਪਣੇ ਘਰੋਂ ਬੀਬੀ ਨੂੰ ਸੇਵਾ ਕਰਦਿਆਂ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਕਬੀਰ ਸਾਹਿਬ ਜੀ ਕਹਿਣ ਲੱਗੇ, ਲੋਈ ਮਾਈਆਂ 'ਚ ਬੜੇ ਚਲਿੱਤਰ ਹੁੰਦੇ ਆ, ਤੇਰੇ ਵਿੱਚ ਤਾਂ ਨਹੀਂ ਕੋਈ ਚਲਿੱਤਰ ਹੋਣਾ, ਤਾਂ ਜੇ ਹੈ ਤਾਂ ਕੋਈ ਵਿਖਾ। ਤਾਂ ਕਬੀਰ ਸਾਹਿਬ ਜੀ ਦਾ ਬਚਨ ਸੁਣ ਕੇ ਲੋਈ ਜੀ ਕਹਿਣ ਲੱਗੇ, ਸਤ ਬਚਨ ਸੁਆਮੀ ਜੀ ਜਿਵੇਂ ਆਗਿਆ। ਏਦਾਂ ਕਿਹਾ ਤੇ ਕਬੀਰ ਸਾਹਿਬ ਜੀ ਬਾਹਰ ਨੂੰ ਚਲੇ ਗਏ ਤੇ ਮਾਈ ਲੋਈ ਘਰ ਦੇ ਮਗਰੋਂ ਸਾਧੂ ਆਏ। ਕੁਝ ਸਾਧੂ ਆ ਕੇ ਕਹਿਣ ਲੱਗੇ, ਜੀ ਕਬੀਰ ਸਾਹਿਬ ਜੀ ਕਿੱਥੇ ਹਨ? ਤਾਂ ਮਾਈ ਲੋਈ ਕਹਿੰਦੇ ਵੀ ਉਹਨਾਂ ਦਾ ਤੇ ਸੁਭਾਅ ਫਿਰ ਗਿਆ ਹੈ, ਹੁਣ ਪਤਾ ਨਹੀਂ ਕਿੱਥੇ ਹੋਣ। ਕਹਿੰਦੇ ਕੀ ਸੁਭਾਅ ਫਿਰਿਆ ਹੈ? ਕਹਿੰਦੇ ਸੁਭਾਅ ਇਹ ਫਿਰਿਆ ਵੀ ਆਹ ਸਾਹਮਣੇ ਜਿਹੜੀ ਤੁਸੀਂ ਲੱਜ ਰੱਸੀ ਵੇਖਦੇ ਹੋ ਨਾ, ਪਹਿਲਾਂ ਤੇ ਜੇ ਕੋਈ ਉਹਨਾਂ ਦੇ ਘਰ ਦੇ 'ਚ ਮਿਲਣ ਆਉਂਦਾ ਸਾਧੂ ਤੇ ਇਸ ਰੱਸੀ ਦੇ ਨਾਲ ਮੁਸ਼ਕਾਂ ਦੇ ਦਿੰਦੇ, ਬੰਨ੍ਹ ਲੈਂਦੇ ਨੇ। ਤੇ ਆਹ ਜਿਹੜੀ ਲਾਗੇ ਮੂੰਗਲੀ ਪਈ ਆ ਫਿਰ ਬੰਨ੍ਹ ਕੇ ਮੂੰਗਲੀ ਦੇ ਨਾਲ ਕੁੱਟਦੇ ਹਨ। ਇਹ ਸੁਣ ਕੇ ਜਿਹੜੇ ਸਾਧੂ ਆਏ ਸੀ ਹਰੇ ਹਰੇ ਕਰਦੇ ਆ, ਉਹਦਾ ਉਸੇ ਦੇ ਖਿਸਕ ਗਏ ਕਿ ਕਿਤੇ ਕਬੀਰ ਜੀ ਨਾ ਆ ਜਾਣ। ਸਾਧੂ ਗਏ ਤਾਂ ਉਧਰੋਂ ਕਬੀਰ ਸਾਹਿਬ ਜੀ ਦੂਜੇ ਰਸਤੇ ਥਾਣਿਓਂ ਘਰੇ ਆ ਗਏ ਤੇ ਕਹਿਣ ਲੱਗੇ, ਲੋਈ ਕੋਈ ਮਹਾਤਮਾ ਤਾਂ ਨਹੀਂ ਸੀ ਆਇਆ ਸਾਡੇ ਮਗਰੋਂ? ਤੇ ਮਾਈ ਲੋਈ ਕਹਿੰਦੀ, ਆਏ ਸੀ ਮਹਾਤਮਾ ਕੁਝ। ਕਹਿੰਦੇ ਵੀ ਕੀ ਮੰਗਦੇ ਸਨ? ਉਹ ਆ ਲਾਜਾ ਤੇ ਮੂੰਗਲੀ ਮੰਗਦੇ ਸਨ। ਤੇ ਪਰ ਸੁਆਮੀ ਜੀ ਤੁਹਾਡੀ ਆਗਿਆ ਤੋਂ ਬਗੈਰ ਮੈਂ ਕਿਵੇਂ ਦੇ ਸਕਦੀ ਸਾਂ? ਇਹ ਸੁਣ ਕੇ ਕਬੀਰ ਸਾਹਿਬ ਜੀ ਉਹ ਰੱਸਾ ਲੈ ਕੇ ਤੇ ਉਹ ਮੂੰਗਲੀ ਲੈ ਕੇ ਸਾਧੂਆਂ ਦੇ ਮਗਰ ਦੌੜੇ। ਸਾਧੂਆਂ ਨੇ ਵੇਖਿਆ ਕਬੀਰ ਸਾਹਿਬ ਸਾਨੂੰ ਬੰਨਣ ਆਏ ਨੇ, ਉਹ ਵੇਖ ਕੇ ਅੱਗੇ ਅੱਗੇ ਦੌੜੇ। ਕਬੀਰ ਸਾਹਿਬ ਮਗਰ ਮਗਰ ਦੌੜਦੇ ਗਏ। 2-3 ਕੋਹ ਦੌੜਦਿਆਂ ਟਿੱਬਿਆਂ ਵਿੱਚ ਜਾ ਕੇ ਸਾਧੂ ਡਿੱਗ ਪਏ। ਤੇ ਕਬੀਰ ਸਾਹਿਬ ਨੇੜੇ ਪਹੁੰਚੇ ਤੇ ਹੱਥ ਜੋੜ ਕੇ ਕਹਿੰਦੇ, ਕਬੀਰ ਸਾਹਿਬ ਬਾਬਾ ਜੀ ਸਾਨੂੰ ਮਾਫ ਕਰ ਦਿਓ, ਸਾਨੂੰ ਬਖਸ਼ ਲਓ। ਤਾਂ ਕਬੀਰ ਜੀ ਕਹਿੰਦੇ, ਗੱਲ ਤਾਂ ਦੱਸੋ ਵੀ ਹੋਈ ਕੀ ਹੈ? ਤੇ ਭੱਜੇ ਕਿਉਂ ਜਾਂਦੇ ਹੋ? ਕਹਿੰਦੇ ਗੱਲ ਇਹ ਆ ਵੀ ਅਸੀਂ ਘਰੇ ਗਏ ਸਾਂ ਤੇ ਲੋਈ ਜੀ ਨੇ ਕਿਹਾ ਕਬੀਰ ਜੀ ਦਾ ਸੁਭਾਅ ਬਦਲ ਗਿਆ, ਇਹਦੇ ਰੱਸੇ ਦੇ ਨਾਲ ਬੰਨ੍ਹ ਕੇ ਮੁਸ਼ਕਾਂ ਦੇ ਲੈਂਦੇ ਨੇ ਤੇ ਮੂੰਗਲੀ ਦੇ ਨਾਲ ਫੜ ਕੇ ਕੁੱਟਦੇ ਹਨ, ਅਸੀਂ ਤਾਂ ਭੱਜੇ ਸਨ। ਕਬੀਰ ਸਾਹਿਬ ਜੀ ਵਾਪਸ ਮੁੜ ਕੇ ਜਦੋਂ ਘਰੇ ਆਏ ਤੇ ਫਿਰ ਉਸ ਵੇਲੇ ਲੋਈ ਜੀ ਵੱਲ ਪਿੱਠ ਕਰਕੇ ਬੈਠ ਗਏ। ਤੇ ਤਦੋਂ ਫਿਰ ਕਬੀਰ ਸਾਹਿਬ ਜੀ ਦੇ ਸਨਮੁਖ ਹੋ ਕੇ ਮਾਈ ਲੋਈ ਨੇ ਜਿਵੇਂ ਬੇਨਤੀ ਕੀਤੀ, ਉਹ ਕਬੀਰ ਸਾਹਿਬ ਜੀ ਨੇ ਉਹਦੀ ਬੇਨਤੀ ਇਹ ਪਾਵਨ ਸ਼ਬਦ ਦੇ ਸੁਭਾਏਮਾਨ ਕੀਤੀ ਹੈ। ਦੂਸਰਾ ਭਗਤ ਕਬੀਰ ਸਾਹਿਬ ਜੀ ਦੀ ਉਥਾਨਕਾ ਏਦਾਂ ਹੈ ਵੀ ਆਏ ਗਏ ਸਾਧੂ ਮਹਾਤਮਾ ਦੀ ਸੇਵਾ ਕਰਦੇ ਸਨ ਤੇ ਕਬੀਰ ਸਾਹਿਬ ਜੀ ਨੂੰ ਇੱਕ ਦਿਨ ਮਾਈ ਲੋਈ ਨੇ ਜਵਾਬ ਦੇ ਦਿੱਤਾ ਵੀ ਮੈਂ ਨਹੀਂ ਸੇਵਾ ਕਰਨੀ। ਸੁਭਾਅ ਫਿਰ ਗਿਆ ਇੱਕ ਦਿਨ। ਤੇ ਜਦੋਂ ਸਾਧੂਆਂ ਦੀ ਸੇਵਾ ਤੋਂ ਲੋਈ ਜੀ ਨੇ ਇਨਕਾਰ ਕੀਤਾ ਤੇ ਫਿਰ ਕਬੀਰ ਸਾਹਿਬ ਜੀ ਅਬੋਲ ਹੋ ਗਏ ਤੇ ਲੋਈ ਵੱਲ ਪਿੱਠ ਕਰ ਲਈ ਸੀ ਵੀ ਜੇ ਤੂੰ ਸੇਵਾ ਨਹੀਂ ਕਰਨੀ ਤੇ ਅਸੀਂ ਤੇਰੇ ਨਾਲ ਬਚਨ ਨਹੀਂ ਕਰਨਾ। ਤਦੋਂ ਫਿਰ ਕਬੀਰ ਸਾਹਿਬ ਜੀ ਨੂੰ ਮਨਾਉਣ ਵਾਸਤੇ ਜੋ ਬੇਨਤੀ ਕਹੀ, ਅਥਵਾ ਇੱਕ ਬ੍ਰਾਹਮਣ ਸੀ ਕਾਂਚੀ ਦੇ, ਉਹਦੇ ਕੋੜ ਹੋ ਗਿਆ।
ਕੋੜ ਤੋਂ ਇੰਨਾ ਦੁਖੀ ਸੀ ਵੀ ਗੰਗਾ ਦੇ ਵਿੱਚ ਡੁੱਬ ਕੇ ਮਰਨ ਲੱਗਾ। ਤੇ ਹੋਰ ਜਿਹੜੇ ਕੁਝ ਬ੍ਰਾਹਮਣ ਸੀ ਉਹ ਕਹਿੰਦੇ ਤੂੰ ਮਰਦਾ ਕਿਉਂ ਹੈ? ਕਹਿੰਦੇ ਵੀ ਕਬੀਰ ਜੀ ਦੇ ਪਾਸ ਜਾਓ, ਤੇਰਾ ਕੋੜ ਠੀਕ ਕਰ ਦੇਣਗੇ। ਹੈ ਤਾਂ ਇਹ ਜੋ ਬ੍ਰਾਹਮਣ ਦੀ ਸ਼ਰਾਰਤ ਸੀ ਕਿ ਕਬੀਰ ਦੀ ਜੈ ਜੈਕਾਰ ਬੜੀ ਹੁੰਦੀ ਹੈ, ਤੇ ਇਹਨੂੰ ਕੋੜੀ ਨੂੰ ਉਧਰ ਘੱਲਦੇ ਆ ਤੇ ਆਪੇ ਕੋੜ ਨਾ ਠੀਕ ਹੋਊਗਾ ਤੇ ਉਹਦੀ ਨਿੰਦਿਆ ਹੋਏਗੀ ਵੀ ਵੱਡਾ ਭਗਤ ਬਣਿਆ ਫਿਰਦਾ। ਤੇ ਉਸ ਵੇਲੇ ਹੋਰ ਬ੍ਰਾਹਮਣਾਂ ਨੇ ਉਸ ਬ੍ਰਾਹਮਣ ਨੂੰ ਕਿਹਾ ਤੂੰ ਕਬੀਰ ਜੀ ਦੇ ਘਰੇ ਜਾ। ਉਹ ਬ੍ਰਾਹਮਣ ਚੱਲ ਕੇ ਘਰੇ ਆਇਆ। ਕਬੀਰ ਸਾਹਿਬ ਘਰ ਨਹੀਂ ਸਨ। ਮਾਈ ਲੋਈ ਨੂੰ ਪੁੱਛਿਆ ਭਗਤ ਕਬੀਰ ਜੀ ਕਿੱਥੇ ਹਨ, ਉਹਨਾਂ ਨੂੰ ਮਿਲਣਾ ਹੈ। ਤਾਂ ਲੋਈ ਜੀ ਕਹਿਣ ਲੱਗੇ ਉਹਦੇ ਨੜੂਏ ਤੇ ਗਏ ਨੇ, ਮਰੇ ਹੋਏ ਪ੍ਰਾਣੀਆਂ ਦੇ ਮਗਰ ਜਾਂਦੇ ਨੇ ਸੰਸਕਾਰ ਕਰਾਉਣ ਵਾਸਤੇ। ਕਿਉਂਕਿ ਕਬੀਰ ਸਾਹਿਬ ਜੀ ਅਕਸਰ ਹੀ ਜਿਹੜਾ ਕੋਈ ਪ੍ਰਾਣੀ ਚੜ੍ਹਾਈ ਕਰਦਾ ਉਹਦੇ ਮਗਰ ਸੰਸਕਾਰ ਤੇ ਜਾਂਦੇ ਹੁੰਦੇ ਸਨ ਵੀ ਵੈਰਾਗ ਬਣਿਆ ਰਹਿੰਦਾ ਹੈ, ਮੌਤ ਚੇਤੇ ਰਹਿੰਦੀ ਹੈ। ਤੇ ਉਹ ਕਹਿੰਦਾ ਮੈਂ ਕਬੀਰ ਜੀ ਨੂੰ ਵੇਖਿਆ ਨਹੀਂ ਕਦੀ। ਨਿਸ਼ਾਨੀ ਇਹਦੇ ਨਿਸ਼ਾਨੀ ਇਹ ਹੋਏਗੀ ਵੀ ਜਦੋਂ ਸਾਰੇ ਜਾ ਰਹੇ ਹੋਣਗੇ ਉਦੋਂ ਸਤਿਰਾਮ ਰਾਮ ਸਤ ਤਾਂ ਸਾਰੇ ਕਹਿੰਦੇ ਜਾਂਦੇ ਹੋਣਗੇ ਮੜੀਆਂ ਤਿੱਕਰ, ਤੇ ਵਾਪਸ ਆਉਂਦੇ ਆ ਕਹਿੰਦੇ ਵੀ ਫੇਰ ਜਿਹੜਾ ਰਾਮ ਸਤ ਕਵੇਗਾ ਨਾ ਇੱਕੋ ਹੀ ਹੋਵੇਗਾ, ਉਹ ਕਬੀਰ ਹੋਵੇਗਾ। ਉਹ ਭਗਤ ਕਬੀਰ ਸਵਾਮੀ ਜੀ ਹਨ। ਤੇ ਦੂਜੀ ਨਿਸ਼ਾਨੀ ਇਹ ਦੱਸੀ ਵੀ ਜਦੋਂ ਜਾਂਦੇ ਨੇ ਸਾਰਿਆਂ ਦੇ ਉਹ ਕਲਗੇ ਜੇ ਲੱਗੇ ਹੁੰਦੇ ਨੇ ਵੈਰਾਗ ਦੇ, ਤੇ ਆਉਂਦੇ ਆ ਸਾਰੇ ਲਾਹ ਦਿੰਦੇ ਨੇ। ਇੱਕ ਕਬੀਰ ਜੀ ਦੇ ਵੈਰਾਗ ਦਾ ਕਲਗਾ ਜਿਹੜਾ ਉਹ ਲੱਗਾ ਤੈਨੂੰ ਦਿਖਾਈ ਦੇਵੇਗਾ। ਤੇ ਇੱਦਾਂ ਜਦੋਂ ਨਿਸ਼ਾਨੀ ਦੱਸੀ ਤੇ ਉਹ ਕੋੜੀ ਬ੍ਰਾਹਮਣ ਜਦੋਂ ਤੁਰਨ ਲੱਗਾ ਤੇ ਲੋਈ ਜੀ ਕਹਿੰਦੇ ਵੀ ਕੰਮ ਕੀ ਸੀ ਉਹਦਾ, ਤੁਹਾਨੂੰ ਕੀ ਕਾਰਜ ਸੀ ਸਵਾਮੀ ਜੀ ਦੇ ਨਾਲ? ਕਹਿੰਦੇ ਵੀ ਕਾਰਜ ਇਹ ਹੈ ਵੀ ਚਾਦਰ ਜੀ ਚੁੱਕ ਕੇ ਵਿਖਾਇਆ ਮੇਰੇ ਸਰੀਰ ਤੇ, ਆ ਵੇਖੋ ਸਾਰੇ ਕੋੜ ਹੋਇਆ ਏ, ਤੇ ਮੈਂ ਚਾਹੁੰਦਾ ਹੈ ਕਿ ਕਬੀਰ ਸਾਹਿਬ ਜੀ ਦੇ ਕੋਲੋਂ ਕੋੜ ਠੀਕ ਕਰਾਵਾਂ। ਤੇ ਲੋਈ ਜੀ ਕਹਿੰਦੇ ਇਹ ਕਾਰਜ ਤਾਂ ਤੁਹਾਡਾ ਲੋ ਮੈਂ ਹੀ ਕਰ ਦਿੰਨੀ ਆ। ਤੇ ਇਦਾਂ ਕਹਿ ਕੇ ਤੇ ਮਾਈ ਲੋਈ ਨੇ ਉਸ ਕੋੜੀ ਬ੍ਰਾਹਮਣ ਦੇ ਕੋਲੋਂ 3 ਵਾਰ ਰਾਮ ਕਹਾਇਆ। ਉਹਨੂੰ ਕਿਹਾ ਵੀ ਮੈਂ ਅੱਗੇ ਬੋਲੂੰ ਤੂੰ ਮਗਰ ਬੋਲਣੀ ਰਾਮ। ਇੱਕ ਵਾਰ ਰਾਮ ਕਹਾ ਕੇ ਇਹਦੇ ਪਿਛਲੇ ਪਾਪ ਵਕਾਰ ਮੇਟਤੇ। ਦੂਜੀ ਵਾਰ ਰਾਮ ਕਹਾ ਕੇ ਇਹਦਾ ਕੋੜ ਦੂਰ ਕਰਤਾ। ਤੇ ਤੀਜੀ ਵਾਰ ਰਾਮ ਕਹਾ ਕੇ ਇਹਨੂੰ ਗਿਆਨ ਬਖਸ਼ ਦਿੱਤਾ। ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ ਵੀ ਮੈਂ ਤੇ ਮਰਨ ਲੱਗਾ ਸੀ ਤੇ ਝੱਟ ਹੀ ਮੇਰਾ ਕੋੜ ਮਿਟ ਗਿਆ। ਤੇ ਇਹ ਤੋਂ ਬਾਅਦ ਵੀ ਕਹਿੰਦੇ ਲੋਈ ਜੀ ਹੁਣ ਮੈਂ ਕਬੀਰ ਜੀ ਦੇ ਵੀ ਦਰਸ਼ਨ ਕਰਕੇ ਜਾਣੇ ਆ ਵੀ ਜਿਨ੍ਹਾਂ ਦੇ ਘਰੋਂ ਤੁਸੀਂ ਇੰਨੀ ਸ਼ਕਤੀ ਰੱਖਦੇ ਹੋ, ਕਬੀਰ ਸਾਹਿਬ ਜੀ ਕਿੰਨੇ ਮਹਾਨ ਹੋਣਗੇ। ਤੇ ਉਸ ਵੇਲੇ ਇਹ ਫਿਰ ਜਿੱਥੇ ਮਗਰ ਮੜੀਆਂ ਦੇ ਵਿੱਚ ਗਿਆ ਤੇ ਕਬੀਰ ਸਾਹਿਬ ਨੂੰ ਸਿਆਣ ਕੇ ਉਹਨਾਂ ਨੂੰ ਨਮਸਕਾਰ ਕੀਤੀ, ਧੰਨਵਾਦ ਕੀਤਾ। ਪੁੱਛਿਆ ਵੀ ਕਾਹਦਾ ਧੰਨਵਾਦ? ਕਹਿੰਦੇ ਤੁਹਾਡੇ ਘਰੇ ਗਿਆ ਸੀ, ਤੁਹਾਡੇ ਘਰੋਂ ਜੋ ਬੀਬੀ ਮਾਈ ਲੋਈ ਹੈ ਉਹਨੇ ਮੈਨੂੰ 3 ਵਾਰ ਰਾਮ ਕਹਾ ਕੇ ਤੇ ਰਾਜੀ ਕਰ ਦਿੱਤਾ ਹੈ। ਇਹ ਸੁਣ ਕੇ ਜਦੋਂ ਕਬੀਰ ਸਾਹਿਬ ਜੀ ਘਰੇ ਵਾਪਸ ਆਏ ਤੇ ਉਸ ਵੇਲੇ ਲੋਈ ਜੀ ਦੇ ਵੱਲ ਪਿੱਠ ਕਰ ਲਈ ਵੀ ਹੇ ਲੋਈ ਤੂੰ ਰਾਮ ਦਾ ਨਾਮ ਇੰਨਾ ਸਵੱਲਾ ਕਹਿੰਦੇ ਵੀ ਤੂੰ ਸਮਝਿਆ ਹੈ, ਤੂੰ ਇੱਕ ਵਾਰ ਹੀ ਕਹਾ ਦਿੰਦੀ, ਤੂੰ 3 ਵਾਰ ਕਾਹਦੇ ਵਾਸਤੇ ਦੁੱਖ ਮਿਟਣ ਲਈ ਕਹਾਇਆ। ਤਦੋਂ ਫਿਰ ਜਿਵੇਂ ਲੋਈ ਜੀ ਨੇ ਭਗਤ ਕਬੀਰ ਸਾਹਿਬ ਜੀ ਦੇ ਸਨਮੁਖ ਮਨਾਉਣ ਵਾਸਤੇ ਬੇਨਤੀ ਕੀਤੀ, ਉਹ ਭਾਵਨਾ ਹੈ ਜਿਵੇਂ ਜੀਵ ਦੀ ਪਰਮੇਸ਼ਰ ਅੱਗੇ ਬੇਨਤੀ ਆ ਦੂਜੇ ਅਰਥ ਦੇ ਵਿੱਚ, ਉਹ ਭਾਵਨਾ ਮਹਾਰਾਜ ਜੀ ਇੱਥੇ ਪ੍ਰਗਟ ਕਰਨਗੇ। ਭਗਤ ਕਬੀਰ ਸਾਹਿਬ ਜੀ ਆਸਾ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਕਰਵਤ ਭਲਾ ਨਾ ਕਰਵਟ ਤੇਰੀ। ਜਦੋਂ ਕਬੀਰ ਸਾਹਿਬ ਜੀ ਪਿੱਠ ਕਰਕੇ ਲੋਈ ਜੀ ਵੱਲ ਬੈਠ ਗਏ ਤਾਂ ਮਾਈ ਲੋਈ ਬੇਨਤੀ ਕਰਦੀ ਹੈ ਸਵਾਮੀ ਜੀ ਕਰਵਤ ਭਲਾ ਨਾ ਕਰਵਟ ਤੇਰੀ। ਕਰਵਤ ਕਾਂਚੀ ਦੇ ਵਿੱਚ ਇੱਕ ਆਰਾ ਹੈ, ਉਹ ਆਰੇ ਦੇ ਬਾਬਤ ਇੱਦਾਂ ਸਾਖੀ ਹੈ ਵੀ ਜਦੋਂ ਕੋਈ ਵੈਰਾਗ ਦੇ ਸਹਿਤ ਉਦਾਸ ਹੋ ਜਾਂਦਾ ਹੈ ਤੇ ਜਿਵੇਂ ਬ੍ਰਾਹਮਣਾਂ ਨੇ ਸਾਖੀ ਕਹਾਣੀ ਬਣਾਈ ਵੀ ਜਿਹੜਾ ਇੱਥੇ ਕਲਵੱਤਰ ਰਹੂਗਾ ਨਾ ਕਾਂਚੀ ਦੇ ਵਿੱਚ, ਖੂਹ ਦੇ ਉੱਤੇ ਆਰਾ ਲਾਇਆ ਤੇ ਇਹਦੇ ਨਾਲ ਜਿਹੜਾ 2 ਚੀਰ ਹੋ ਕੇ ਚੜ੍ਹਾਈ ਕਰੇਗਾ ਉਹ ਮੁਕਤੀ ਪ੍ਰਾਪਤ ਕਰੇਗਾ। ਤੇ ਮੁਕਤੀ ਦੀ ਇੱਛਾ ਵਾਲਿਆਂ ਨੂੰ ਬ੍ਰਾਹਮਣ ਕਰਨਾ ਵੀ ਮਾਲ ਧਨ ਸਾਰਾ ਉਹਨਾਂ ਨੂੰ ਕਹਿਣਾ ਵੀ ਇੱਥੇ ਰੱਖ ਦੋ
ਤੇ ਧੱਕਾ ਦੇ ਕੇ ਆਰੇ ਨਾਲ ਜਦੋਂ ਚੀਰਿਆ ਜਾਣਾ ਤੇ ਮਗਰਲੇ ਸੰਬੰਧੀਆਂ ਨੂੰ ਕਹਿਣਾ ਇਹ ਮੁਕਤ ਹੋ ਗਿਆ ਹੈ। ਅੰਗਰੇਜ਼ਾਂ ਦੇ ਸਮੇਂ ਫਿਰ ਉਹ ਆਰਾ ਬੰਦ ਰਿਹਾ ਸੀ, ਉਹਨੂੰ ਕਲਵੱਤਰ ਕਹਿੰਦੇ ਆ। ਤੇ ਮਾਈ ਲੋਈ ਕਹਿੰਦੀ ਹੈ ਸੁਆਮੀ ਜੀ ਕਰਵੱਤ ਭਲਾ, ਕਹਿੰਦੇ ਆਰੇ ਦੇ ਨਾਲ ਚੀਰਿਆ ਜਾਣਾ ਜਿਹੜਾ ਕਾਂਸ਼ੀ ਦਾ ਕਲਵੱਤਰ ਹੈ ਆਰਾ ਇਹ, ਕਹਿੰਦੇ ਵੀ ਉਹ ਭਲਾ ਹੈ, ਉਹਦੇ ਨਾਲ ਮੈਂ ਜੇ ਚੀਰੀ ਜਾਵਾਂ ਤੇ ਉਹ ਚੰਗਾ ਹੈ। ਨਾ ਕਰਵਟ ਤੇਰੀ ਹੈ ਸੁਆਮੀ ਕਬੀਰ ਜੀ, ਤੁਹਾਡੀ ਜਿਹੜੀ ਇਹ ਕਰਵਟ ਹੈ ਨਾ ਤੁਹਾਡੀ ਪਿੱਠ, ਇਹ ਨਹੀਂ ਮੇਰੇ ਵਾਸਤੇ ਚੰਗੀ। ਭਾਵ ਮੈਂ ਆਰੇ ਨਾਲ ਚੀਰੀ ਜਾਵਾਂ ਉਹ ਚੰਗਾ ਏ, ਪਰ ਤੁਹਾਡੇ ਤੋਂ ਮੈਂ ਬੇਮੁਖ ਹੋਵਾਂ ਕਬੀਰ ਸਾਹਿਬ ਜੀ ਸੁਆਮੀ ਜੀ ਉਹ ਨਹੀਂ ਚੰਗਾ। ਨਾਗ ਗਲੇ ਸੁਣ ਬਿਨਤੀ ਮੇਰੀ, ਇਸ ਕਰਕੇ ਹੈ ਸੁਆਮੀ ਜੀ ਕਾਹਦੇ ਵਾਸਤੇ ਤੁਸੀਂ ਮੇਰੇ ਨਾਲ ਨਾਰਾਜ਼ ਹੋਏ ਹੋ, ਪਿੱਠ ਕਰਕੇ ਕਾਹਦੇ ਵਾਸਤੇ ਬੈਠੇ ਹੋ। ਲਾਗ ਗਲੇ ਸੁਣ ਬੇਨਤੀ ਮੇਰੀ, ਮੇਰੀ ਬੇਨਤੀ ਲੋਈ ਦੀ ਸੁਣਨਾ ਕਰੋ, ਅਰਦਾਸ ਸੁਣੋ, ਗਲੇ ਲੱਗੋ ਭਾਵ ਮੇਰੇ ਵੱਲ ਸਨਮੁਖ ਹੋਵੋ, ਮੇਰੇ ਵੱਲ ਮੁਖ ਕਰਨਾ ਕਰੋ। ਆਵਾਰੀ ਮੁਖ ਫੇਰ ਪਿਆਰੇ, ਇਹ ਪਿਆਰੇ ਸੁਆਮੀ ਕਬੀਰ ਸਾਹਿਬ ਜੀ ਮੈਂ ਆਪ ਜੀ ਤੋਂ ਸਦਾ ਹੀ ਵਾਰ ਨੇ ਬਲਹਾਰ ਸਦਕੇ ਜਾਨੀ ਹਾਂ, ਤੇ ਇਹ ਮੇਰੇ ਪਿਆਰੇ ਤੁਸੀਂ ਮੇਰੇ ਵੱਲ ਮੁਖ ਫੇਰੋ, ਕਾਹਦੇ ਵਾਸਤੇ ਮੇਰੇ ਤੋਂ ਮੁਖ ਪਰਾਂ ਕੀਤਾ ਹੋਇਆ ਹੈ। ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਕਿਉਂਕਿ ਕਰਵਟ ਪਿੱਠ ਦੇ ਕੇ ਮੇਰੇ ਵੱਲ ਪਿੱਠ ਕਰਕੇ ਤੁਸੀਂ ਮੈਨੂੰ ਜਿਉਂਦੇ ਹੀ ਕਾਹਦੇ ਵਾਸਤੇ ਮਾਰੇ ਮਾਰ ਰਹੇ ਹੋ, ਕਿਉਂਕਿ ਮੇਰਾ ਜੀਵਨ ਤਾਂ ਤੁਹਾਡੇ ਸਨਮੁਖ ਰਹਿ ਗਈ ਹੈ ਨਾ, ਤੇ ਤੁਸੀਂ ਜਿਹੜਾ ਇਹ ਪਿੱਠ ਮੈਨੂੰ ਵਿਖਾਈ ਹੈ ਮੁਖ ਨਹੀਂ ਮੇਰੇ ਵੱਲ ਕਰਦੇ, ਇਹ ਮੈਨੂੰ ਕਰਵਟ ਦੇ ਕੇ ਕਾਹਦੇ ਵਾਸਤੇ ਮਾਰਦੇ ਹੋ। ਵਿਸ਼ਰਾਮ ਦੇ ਕੇ ਕਬੀਰ ਸਾਹਿਬ ਫਰਮਾਉਂਦੇ ਹਨ ਜੋ ਤਨ ਚੀਰੈ ਅੰਗ ਨ ਮੋਰੋ। ਮਾਈ ਲੋਈ ਬੇਨਤੀ ਕਰਦੀ ਹੈ ਕਬੀਰ ਜੀ ਇਹ ਸੁਆਮੀ ਜੀ ਮੈਂ ਤੁਹਾਡੀ ਆਗਿਆ ਦੇ ਵਿੱਚ ਰਹਾਂਗੀ। ਜੋ ਤਨ ਚੀਰੈ, ਜੇ ਤੁਸੀਂ ਮੇਰੇ ਤਨ ਸਰੀਰ ਨੂੰ ਵੀ ਚੀਰ ਦਿਓਗੇ ਨਾ, ਮੇਰੇ ਟੁਕੜੇ ਵੀ ਕਰ ਦਿਓਗੇ, ਅੰਗ ਨਾ ਮੋਰੋ, ਤਾਂ ਵੀ ਮੈਂ ਤੁਹਾਡੇ ਵੱਲੋਂ ਆਪਣਾ ਅੰਗ ਆਪਣਾ ਹਿਰਦਾ ਨਹੀਂ ਮੋੜਾਂਗੀ, ਬੇਮੁਖ ਨਹੀਂ ਹੋਵਾਂਗੀ। ਪਿੰਡ ਪਰ ਤੋ ਪ੍ਰੀਤ ਨਾ ਤੋਰੋ। ਸੁਆਮੀ ਜੀ ਮੇਰਾ ਪਿੰਡ ਸਰੀਰ ਭਾਵੇਂ ਪਰੇ ਧਰਤੀ ਤੇ ਡਿੱਗ ਪਵੇ ਤੋ ਪ੍ਰੀਤ ਨਾ ਤੋਰੋ, ਪਰ ਤੁਹਾਡੇ ਨਾਲੋਂ ਮੈਂ ਪ੍ਰੀਤੀ ਨਹੀਂ ਤੋੜਾਂਗੀ, ਤੁਹਾਡੇ ਨਾਲੋਂ ਆਪਣਾ ਪ੍ਰੇਮ ਨਹੀਂ ਖਤਮ ਕਰਾਂਗੀ। ਹਮ ਤੁਮ ਬੀਜ ਭਇਓ ਨਹੀਂ ਕੋਈ, ਹਮ ਮੇਰੇ ਵਿੱਚ ਤੇ ਤੁਮ ਤੁਹਾਡੇ ਬੀਜ ਵਿੱਚ ਮਹਾਰਾਜ ਕੋਈ ਮਤਭੇਦ ਤਾਂ ਨਹੀਂ ਹੈ, ਕੋਈ ਤੀਜੀ ਗੱਲ ਤਾਂ ਨਹੀਂ ਹੋਈ, ਤੁਹਾਡੇ ਤੇ ਮੇਰੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਪਰਦਾ ਨਹੀਂ ਹੈ, ਕੋਈ ਫਰਕ ਨਹੀਂ ਪਿਆ। ਸੁਕੰਤ ਨਾਰ ਹਮ ਸੋਈ, ਤੁਮ ਹੈ ਤੁਸੀਂ ਮਹਾਰਾਜ ਸੋ ਉਹੀ ਮੇਰੇ ਕੰਤ ਮੇਰੇ ਸਿਰ ਦੇ ਸਾਈਂ ਮਾਲਕ ਕਬੀਰ ਸਾਹਿਬ। ਨਾਰ ਹਮ ਸੋਈ, ਤੇ ਸੋਈ ਉਹੀ ਮੈਂ ਤੁਹਾਡੀ ਨਾਰ ਲੋਈ ਤੁਹਾਡੀ ਇਸਤਰੀ ਹਾਂ ਚਰਣਾ ਦੀ ਦਾਸੀ। ਕਹਿਤ ਕਬੀਰ ਸੁਣੋ ਰੇ ਲੋਈ, ਭਗਤ ਕਬੀਰ ਸਾਹਿਬ ਜੀ ਲੋਈ ਜੀ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਹੇ ਲੋਈ ਤੂੰ ਸੁਣਨਾ ਕਰ। ਆਪ ਤੁਮਰੀ ਪ੍ਰਤੀਤ ਨਾ ਹੋਈ, ਅਬ ਹੁਣ ਕਹਿੰਦੇ ਤੇਰੀ ਪ੍ਰਤੀਤ ਗੱਲੀ ਬਾਤੀ ਹੁਣ ਕਹਿੰਦੇ ਤੇਰੇ ਤੇ ਭਰੋਸਾ ਨਹੀਂ ਹੁੰਦਾ। ਤੇ ਕਹਿਣ ਲੱਗੀ ਸੁਆਮੀ ਜੀ ਇਹ ਤਾਂ ਦੱਸੋ ਵੀ ਮੈਂ ਗੁਨਾਹ ਕੀ ਕੀਤਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਤੂੰ ਸਾਧੂਆਂ ਨੂੰ ਜਿਹੜਾ ਹੈ ਕਾਹਦੇ ਵਾਸਤੇ ਕਿਹਾ, ਘਰ ਆਇਆਂ ਨੂੰ ਵੀ ਉਹ ਮੂੰਗਲੀ ਨਾਲ ਕੁੱਟਦੇ ਆ ਰੱਸੇ ਦੇ ਨਾਲ ਬੰਨ੍ਹ ਕੇ। ਤਾਂ ਉਸ ਵੇਲੇ ਮਾਈ ਲੋਈ ਕਹਿਣ ਲੱਗੀ ਮਹਾਰਾਜ ਤੁਸੀਂ ਆਪ ਹੀ ਤੇ ਆਖਿਆ ਸੀ ਵੀ ਕੋਈ ਚਲਿੱਤਰ ਵਿਖਾ, ਮੈਂ ਤਾਂ ਹਾਲਾਂ ਛੋਟੀ ਜੀ ਚਲਿੱਤਰੀ ਵਿਖਾਈ ਆ, ਪਰ ਸੁਆਮੀ ਜੀ ਅੱਗੇ ਤੋਂ ਤੁਹਾਡੀ ਆਗਿਆ ਤੋਂ ਬਾਹਰ ਨਹੀਂ ਹੋਵਾਂਗੀ, ਜਿਵੇਂ ਆਪ ਜੀ ਦੀ ਆਗਿਆ ਜਿਵੇਂ ਹੁਕਮ। ਤੇ ਦੂਜੇ ਭਾਵ ਦੇ ਜਦੋਂ ਪੁੱਛਿਆ ਕਬੀਰ ਜੀ ਨੂੰ ਮਹਾਰਾਜ ਤੁਸੀਂ ਮੇਰੇ ਨਾਲ ਨਾਰਾਜ਼ ਕਾਹਦੇ ਵਾਸਤੇ ਹੋ, ਤਾਂ ਉਸ ਵੇਲੇ ਕਬੀਰ ਸਾਹਿਬ ਜੀ ਨੇ ਆਖਿਆ ਤੂੰ ਜਿਹੜਾ ਸੇਵਾ ਤੋਂ ਇਨਕਾਰ ਕੀਤਾ ਹੈ। ਤਾਂ ਲੋਈ ਜੀ ਕਹਿਣ ਲੱਗੇ ਸੁਆਮੀ ਜੀ ਹੁਣ ਜੇ ਆਪ ਜੀ ਕਹੋਗੇ ਮੈਂ ਸੇਵਾ ਤਤਪਰ ਹੋ ਕੇ ਪ੍ਰੇਮ ਦੇ ਨਾਲ ਕਰਾਂਗੀ,
ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ। ਹੁਣ ਗੱਲੀ ਬਾਤੀ ਤੇਰਾ ਭਰੋਸਾ ਨਹੀਂ ਆਉਂਦਾ, ਹੁਣ ਜਦੋਂ ਕਰਕੇ ਵਿਖਾਵੇਂ, ਜਦੋਂ ਭਾਵਨਾ ਦੇ ਨਾਲ ਪ੍ਰੇਮ ਨਾਲ ਸੇਵਾ ਕਰੇ ਤਾਂ ਕਹਿੰਦੇ ਵੀ ਅਸੀਂ ਫਿਰ ਤੇਰੇ ਨਾਲ ਰੀਝਾਂਗੇ। ਤਾਂ ਉਸ ਵੇਲੇ ਲੋਈ ਜੀ ਨੇ ਕਿਹਾ, ਜੇ ਸਵਾਮੀ ਜੀ ਆਪ ਆਗਿਆ ਕਰੋਗੇ ਮੈਂ ਉਵੇਂ ਹੀ ਕਰਾਂਗੀ। ਤੇ ਤੀਸਰਾ ਭਾਵ ਜਿਹੜਾ ਹੈ, ਕਬੀਰ ਸਾਹਿਬ ਜੀ ਨੇ ਆਖਿਆ, ਜਦੋਂ ਲੋਈ ਜੀ ਨੇ ਆਖਿਆ ਨਾ, ਸਵਾਮੀ ਜੀ ਨਾਰਾਜ਼ ਕਾਹਦੇ ਵਾਸਤੇ ਹੋ ਮੇਰੇ ਨਾਲ? ਤਾਂ ਕਹਿਣ ਲੱਗੇ, ਲੋਈ ਤੂੰ ਜਿਹੜਾ ਰਾਮ ਦਾ ਨਾਮ ਇੰਨਾ ਸਸਤਾ ਸਮਝਿਆ? ਕਹਿੰਦੇ ਕਿਉਂ? ਕਹਿੰਦੇ ਜਿਹੜਾ ਕੋਹੜੀ ਘਰ ਦੇ ਵਿੱਚ ਆਇਆ ਸੀ, ਜੇ ਨਾਮ ਦੀ ਵਡਿਆਈ ਕਰਾਉਣ ਵਾਸਤੇ ਉਹਨੂੰ ਠੀਕ ਕਰਨਾ ਵੀ ਸੀ ਤੇ ਤੂੰ ਇੱਕ ਵਾਰ ਰਾਮ ਕਹਾਉਣਾ ਸੀ, 3 ਵਾਰ ਰਾਮ ਕਿਉਂ ਕਹਾਇਆ? ਤੇ ਕਹਿਣ ਲੱਗੇ, ਸਵਾਮੀ ਜੀ ਮੈਂ 3 ਵਾਰ ਰਾਮ ਤਾਂ ਕਹਾਇਆ, ਇੱਕ ਵਾਰ ਰਾਮ ਕਹਾ ਕੇ ਉਹਦੇ ਅੰਦਰ ਦੇ ਵਿਕਾਰ ਦੇ ਉਹਦੇ ਪਿਛਲੇ ਪਾਪ ਕੱਟੇ ਨੇ, ਜਿਹਦੇ ਕਰਕੇ ਉਹਨੂੰ ਕੋਹੜ ਹੋਇਆ ਸੀ, ਜਿਹੜੇ ਕਰਮਾਂ ਕਰਕੇ ਪਹਿਲਾਂ ਤਾਂ ਉਹਦੇ ਕਰਮ ਕੱਟੇ ਨੇ। ਦੂਜੀ ਵਾਰ ਰਾਮ ਕਹਾ ਕੇ ਉਹਦੇ ਸਰੀਰ ਦਾ ਸਵਾਮੀ ਜੀ ਕੋਹੜ ਦੂਰ ਕੀਤਾ ਹੈ। ਤੇ ਤੀਜੀ ਵਾਰ ਰਾਮ ਤਾਂ ਕਹਾਇਆ ਏ ਵੀ ਜੇ ਇਹਨੂੰ ਗਿਆਨ ਨਾ ਹੋਇਆ ਤੇ ਫਿਰ ਪਾਪ ਕਰੂਗਾ, ਫਿਰ ਕੋਈ ਦੁੱਖ ਪਾਊਗਾ। ਤੀਜੀ ਵਾਰ ਰਾਮ ਕਹਾ ਕੇ ਉਹਨੂੰ ਗਿਆਨ ਬਖਸ਼ ਦਿੱਤਾ ਹੈ ਵੀ ਹੁਣ ਇਹ ਜਪਦਾ ਰਹੇ, ਰਾਮ ਰਾਮ ਨਾਮ ਜਪਦਾ ਰਹੇ। ਇਹ ਵਚਨ ਸੁਣ ਕੇ ਫਿਰ ਕਬੀਰ ਸਾਹਿਬ ਜੀ ਬੜੇ ਪ੍ਰਸੰਨ ਹੋਏ ਤੇ ਲੋਈ ਜੀ ਨੂੰ ਫਿਰ ਸਨਮੁਖ ਕੀਤਾ ਸੀ। ਸੋ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਤੇ ਮਾਈ ਲੋਈ ਦਾ ਆਪਸ ਦੇ ਵਿੱਚ ਇਹ ਸੰਵਾਦ ਹੋਇਆ। ਦੂਜੇ ਅਰਥ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਦਾ ਚਿੱਤ ਨਹੀਂ ਸੀ ਟਿਕ ਰਿਹਾ ਤੇ ਚਿੱਤ ਨਾ ਟਿਕਦਾ ਵੇਖ ਕੇ ਫਿਰ ਮਾਲਕ ਦੇ ਅੱਗੇ ਬੇਨਤੀ ਕੀਤੀ। ਅਸਲ ਵਿੱਚ ਕਬੀਰ ਸਾਹਿਬ ਜੀ ਦਾ ਚਿੱਤ ਕੀ ਨਹੀਂ ਸੀ ਟਿਕਣਾ, ਉਹ ਸਾਡੇ ਭਲੇ ਵਾਸਤੇ ਆਪਣੇ ਤੇ ਗੱਲ ਲੈ ਕੇ ਜੀਵ ਦੀ ਬੇਨਤੀ ਈਸ਼ਵਰ ਦੇ ਅੱਗੇ, ਵੀ ਜਿਹੜਾ ਚਾਹੁੰਦਾ ਹੈ ਵੀ ਮਾਲਕ ਦੀ ਮੇਰੇ ਤੇ ਬਖਸ਼ਿਸ਼ ਹੋਵੇ, ਪਰ ਬਖਸ਼ਿਸ਼ ਹੋ ਨਹੀਂ ਰਹੀ, ਬਿਰਤੀ ਠਹਿਰ ਨਹੀਂ ਰਹੀ, ਚਿੱਤ ਜੁੜ ਨਹੀਂ ਰਿਹਾ। ਤਾਂ ਉਸ ਭਾਵ ਦੇ ਵਿੱਚ ਸਾਧ ਸੰਗਤ ਇਹ ਦੂਜੇ ਅਰਥ ਦੀ ਬੇਨਤੀ ਕਬੀਰ ਸਾਹਿਬ ਜੀ ਕਰਦੇ ਹਨ। ਤੇ ਬਾਕੀ ਜਿਹੜਾ ਰਾਮ ਕਹਾ ਕੇ ਦੁੱਖ ਮਿਟਣਾ ਹੈ ਨਾ ਸਾਧ ਸੰਗਤ, ਜਿੱਦਾਂ ਕੋਈ ਆਖੇ ਵੀ ਮੈਂ ਕਹਾਵਾਂ ਤੇ ਮੈਂ ਕਰਾਂ, ਇਹ ਹੁਣ ਜਿਹਦੇ ਮੁਖ ਦੇ ਰਾਹੀਂ ਬਚਨ ਕਿਹਾ ਜਾ ਰਿਹਾ ਹੈ ਉਹਦੀ ਕਮਾਈ ਵੀ ਹੋਣੀ ਚਾਹੀਦੀ ਹੈ, ਉਹਦਾ ਅਭਿਆਸ ਵੀ ਹੋਣਾ ਚਾਹੀਦਾ ਹੈ। ਅਭਿਆਸ ਕਮਾਈ ਤੋਂ ਬਗੈਰ ਉਹ ਗੱਲ ਬਣਦੀ ਨਹੀਂ। ਜਿਵੇਂ ਹੁਣ ਕੋਈ ਦਵਾਈ ਹੈ, ਕਿਸੇ ਮਰਦੇ ਪਏ ਰੋਗੀ ਨੂੰ ਕੋਈ ਆਮ ਜਿਹਾ ਮਨੁੱਖ ਜਾ ਕੇ ਆਖੇ ਵੀ ਆਹ ਲੈ ਤੂੰ ਆਹ ਦਵਾਈ ਖਾ ਤੇ ਠੀਕ ਹੋਵੇਗਾ, ਉਹ ਖਾਣ ਵਾਲਾ ਜਿਹੜਾ ਹੈ ਜਾਂ ਉਹਦੇ ਪਰਿਵਾਰ ਵਾਲੇ ਉਹ 'ਤੇ ਭਰੋਸਾ ਨਹੀਂ ਕਰਨਗੇ। ਉਹ ਕਹਿਣਗੇ ਕੀ ਪਤਾ ਹੈ ਕੀ ਦੇ ਲੱਗਾ। ਜੇ ਡਾਕਟਰ ਦਵੇਗਾ ਫਿਰ ਉਹਨਾਂ ਨੂੰ ਪਤਾ ਹੈ ਵੀ ਇਹ ਦਵਾਈ ਸਾਡੇ ਭਲੇ ਵਾਸਤੇ ਹੈ। ਜੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਦਿੱਲੀ ਗਏ ਸੀ ਮਜਨੂ ਟਿੱਲੇ ਤੇ ਨੇੜੇ ਇੱਕ ਕਹਾਵਤ, ਹਾਥੀ ਮਰ ਗਿਆ ਸਰਕਾਰੀ ਤੇ ਰੋਈ ਜਾਵੇ ਉੱਚੀ ਉੱਚੀ। ਮਹਾਰਾਜ ਸਾਹਿਬ ਜੀ ਨੇ ਪਤਾ ਕੀਤਾ, ਪੁੱਛਿਆ, ਕਹਿੰਦੇ ਰੋਂਦਾ ਕਿਉਂ? ਕਹਿੰਦੇ ਹਾਥੀ ਮਰ ਗਿਆ ਹੈ ਰਾਜੇ ਦਾ। ਕਹਿੰਦੇ ਰਾਜੇ ਦਾ ਮਰਿਆ ਉਹ ਰੋਵੇ, ਫਿਰ ਤੂੰ ਕਿਉਂ ਰੋਣਾ? ਕਹਿੰਦਾ ਮਹਾਰਾਜ ਮੈਂ ਤਾਂ ਰੋਣਾ ਹੈ ਵੀ ਮੈਂ ਇਹਦੀ ਸੇਵਾ ਕਰਦਾ ਸੀ, ਇਹਦੀ ਸੇਵਾ ਕਰਕੇ ਸਾਡਾ ਸਾਰਾ ਟੱਬਰ ਪਲਦਾ ਸੀ। ਹੁਣ ਇਹ ਹਾਥੀ ਮਰ ਗਿਆ, ਇਹ ਤੇ ਰਾਜੇ ਨੇ ਸਾਨੂੰ ਕੋਈ ਪੈਸਾ, ਕੋਈ ਰਸਦ ਬਸਤ, ਕੋਈ ਮਾਇਆ ਨਹੀਂ ਦੇਣੀ, ਅਸੀਂ ਤਾਂ ਭੁੱਖੇ ਮਰ ਜਾਵਾਂਗੇ ਸਾਰੇ, ਅਸੀਂ ਤਾਂ ਰੋਂਦੇ ਹਾਂ ਸਾਰੇ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਹਨੂੰ ਬਹੁਤਾ ਰੋਂਦਾ ਵੈਰਾਗ ਕਰਦਾ ਵੇਖ ਕੇ ਭਾਈ ਮਰਦਾਨੇ ਨੂੰ ਕਿਹਾ ਸੀ ਵੀ ਇਹਨੂੰ ਕਹਿ ਰੋ ਨਾ। ਮਹਾਰਾਜ ਸਾਹਿਬ ਜੀ ਕਹਿੰਦੇ ਮਰਦਾਨਿਆਂ ਜਲ ਛਿੜਕੇ ਦੇ ਉੱਤੇ ਤੇ ਜਲ ਛਿੜਕਦੇ ਆ ਪਰਮੇਸ਼ਰ ਦਾ ਨਾਮ ਜਪੀ ਮੁਖੋਂ। ਜਦੋਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਜਲ ਪਵਾਇਆ ਤੇ ਆਖਿਆ ਸਤਨਾਮ ਸ੍ਰੀ ਵਾਹਿਗੁਰੂ, ਉਹ ਮਰਿਆ ਹੋਇਆ ਹਾਥੀ ਜਿਉਂਦਾ ਹੋ ਗਿਆ। ਇਸ ਤਰ੍ਹਾਂ ਇਹ ਬਰਕਤ ਵਾਲੀ ਰਸਨਾ ਤੋਂ ਕਹਾਇਆ ਹੋਇਆ ਜਿਹੜਾ ਵਚਨ ਹੈ ਉਹ ਮਰਿਆ ਨੂੰ ਵੀ ਜਿਉਂਦਾ ਕਰ ਦਿੰਦਾ ਹੈ। ਬਰਕਤ ਵਾਲੀ ਰਸਨਾ ਤੋਂ ਜਿਹੜਾ ਵਚਨ ਹੋ ਜੇ ਉਹਦੇ ਨਾਲ ਕੋੜੀਆਂ ਦੇ ਕੋੜ ਰੋਗੀਆਂ ਦੇ ਰੋਗ ਮਿਟ ਜਾਂਦੇ ਨੇ। ਜੇ ਸ਼ਾਮ ਦੇ ਸਮੇਂ ਕਥਾ ਪ੍ਰਸੰਗ ਆਇਆ ਵੀ 4 ਮਸੰਦ ਮੋਹਣ ਆਦਿਕ ਲਾਹੌਰ ਤੋਂ ਮਹਾਰਾਜ ਦੇ ਦਰਸ਼ਨ ਕਰਨ ਆਏ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਦਕ ਰੱਖਣ ਵਾਲੇ ਸੀ। ਜਿਵੇਂ ਪੂਜਾ ਦਾ ਧਾਨ ਜਿਹੜਾ ਸੀ ਉਹ 'ਚੋਂ ਚੋਰੀ ਨਹੀਂ ਸੀ ਕਰਦੇ। ਤੇ ਰਾਹ ਵਿੱਚ ਇੱਕ ਸੱਪ ਇਹਨਾਂ ਦਾ ਰਾਹ ਰੋਕ ਕੇ ਖਲੋ ਗਿਆ, ਰਥ ਤੇ ਆ ਰਹੇ ਸੀ
ਰਥ ਦੂਜੇ ਪਾਸੇ ਕੀਤਾ ਤੇ ਸੱਪ ਉਧਰ ਹੋ ਗਿਆ। ਤੇ ਮੋਹਨ ਸਿਆਣਾ ਸੀ, ਇਹਦੇ ਕੋਲ ਇੱਕ ਮਟਕਾ, ਉਹ ਲੈ ਕੇ ਹੇਠਾਂ ਉਤਰਿਆ, ਸੱਪ ਦੇ ਅੱਗੇ ਰੱਖ ਕੇ ਕਹਿੰਦਾ, ਜੇ ਤੂੰ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਜਾਣਾ ਹੈ ਤਾਂ ਇਹਦੇ ਵਿੱਚ ਵੜ ਜਾ, ਨਹੀਂ ਤਾਂ ਸਾਡਾ ਰਾਹ ਛੱਡ ਦੇ। ਉਹ ਮਟਕੇ 'ਚ ਵੜ ਗਿਆ। ਜਦੋਂ ਅੰਮ੍ਰਿਤਸਰ ਸਾਹਿਬ ਆਏ, ਦਰਸ਼ਨ ਕੀਤੇ, ਸਤਿਗੁਰੂ ਕਹਿੰਦੇ ਕਿੰਨੇ ਜਾਣੇ ਆਏ ਹੋ? ਕਹਿੰਦੇ ਜੀ 4 ਜਾਣੇ। ਜਦੋਂ ਪ੍ਰਸ਼ਾਦ ਵਰਤਣ ਲੱਗਾ ਤੇ ਮਹਾਰਾਜ ਕਹਿੰਦੇ 5 ਜਾਣੇ ਐ, ਇਹ 4 ਆਖੀ ਜਾਂਦੇ ਆ, 5 ਦਾ ਵਰਤਾਰਾ ਦੋ। ਫਿਰ ਹੈਰਾਨ ਹੋਏ ਮਹਾਰਾਜ, ਤਾਂ 4 ਦਿਖਦੇ ਆ। ਸਾਹਿਬ ਜੀ ਕਹਿੰਦੇ ਵੀ 5ਵਾਂ ਜਿਹੜਾ ਮਟਕੇ 'ਚ ਬੰਦ ਹੈ ਉਹਨੂੰ ਵੀ ਲੈ ਆਓ। ਲੈ ਕੇ ਆਏ, ਜਦੋਂ ਉਹ ਘੜਾ ਅੱਗੇ ਰੱਖਿਆ ਤੇ ਮਹਾਰਾਜ ਵੱਲ ਨੂੰ ਸ੍ਰੀ ਚੁੱਕ ਕੇ ਫਿਰ ਇਹ ਵੇਖਣ ਲੱਗ ਪਿਆ, ਫਨੀਅਰ ਸੱਪ। ਸਿੱਖ ਕਹਿੰਦੇ ਮਹਾਰਾਜ ਇਹ ਕੌਣ? ਸਾਹਿਬ ਕਹਿੰਦੇ ਵੀ ਇਹ ਵੀ ਮਸੰਦ ਸੀ ਪਿਛਲੇ ਜਨਮ 'ਚ, ਤੇ ਇਹ ਗੁਰੂ ਘਰ ਦੀ ਭੇਡਾਂ ਖਾਂਦਾ ਰਿਹਾ। ਇੱਕ ਤਾਂ ਇਹ ਆਕੜ ਕੇ ਰਹਿੰਦਾ ਸੀ ਹੰਕਾਰ 'ਚ, ਸੰਗਤ ਗੁਰ ਸਿੱਖਾਂ ਅੱਗੇ ਨਿਭਦਾ ਨਹੀਂ ਸੀ ਵੀ ਮੈਂ ਘੱਟ ਹਾਂ, ਤੇ ਇਸ ਕਰਕੇ ਇਹਨੂੰ ਫਿਰ ਧੌਣ ਤਾਂ ਚੱਕਣ ਵਾਲੀ ਆ, ਫਨ ਖਿਲਾਰਨ ਵਾਲੀ ਜੂਨ ਪ੍ਰਾਪਤ ਹੋਈ ਆ। ਤੇ ਦੂਜਾ ਇਹ ਗੁਰੂ ਘਰ ਦਾ ਜਿਹੜਾ ਧਾਨ ਸੀ ਉਹਦੇ ਵਿੱਚੋਂ ਬੇਈਮਾਨੀ ਕਰ ਜਾਂਦਾ ਸੀ, ਜਿਹੜਾ ਇਹਦਾ ਹੱਕ ਸੀ ਉਹ ਤੋਂ ਵੱਧ ਖਾ ਜਾਂਦਾ ਸੀ। ਤੇ ਬਾਦਸ਼ਾਹ ਕਹਿੰਦੇ ਇਸ ਕਰਕੇ ਇਹਨੂੰ ਜ਼ਹਿਰ ਦੇ ਨਾਲ ਭਰੀ ਸੱਪ ਜੂ ਨਹੀਂ ਪ੍ਰਾਪਤ ਹੋਈ ਹੈ। ਪਰ ਹੁਣ ਇਹ ਚਾਹੁੰਦਾ ਹੈ ਵੀ ਮੈਨੂੰ ਬਖਸ਼ ਦਿਓ। ਸਾਹਿਬ ਜੀ ਕਹਿੰਦੇ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਜਲ ਲਿਆਓ। ਜਲ ਸਰੋਵਰ ਦਾ ਲਿਆਂਦਾ ਤੇ ਸਤਿਗੁਰੂ ਸਾਹਿਬ ਜੀ ਨੇ ਸਤਿਨਾਮ ਵਾਹਿਗੁਰੂ ਕਹਾ ਕੇ ਸੱਪ ਦੇ ਉੱਤੇ ਜਲ ਪਵਾਇਆ। ਜਦੋਂ ਜਲ ਪਾਉਂਦੇ ਆ ਕਿਹਾ ਨਾ ਸਤਿਨਾਮ ਸ੍ਰੀ ਵਾਹਿਗੁਰੂ, ਧਾਤੀ ਝਾਟੀ ਉਹਦੀ ਦੇਹ ਛੁੱਟ ਗਈ ਤੇ ਉਸ ਵੇਲੇ ਜੂਨ ਚੋਂ ਛੁੱਟ ਕੇ ਆਕਾਸ਼ ਵੱਲ ਨੂੰ ਪ੍ਰਕਾਸ਼ ਜਾਂਦਾ ਦਿਖਿਆ। ਇੱਦਾਂ ਹੁਣ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਕਿਹਾ ਸਤਿਨਾਮ ਵਾਹਿਗੁਰੂ, ਸੱਪ ਦੀ ਦੇਹ ਛੁੱਟ ਗਈ ਹੈ। ਤੇ ਜੇ ਕੋਈ ਹੁਣ ਕਮਾਈ ਨਾ ਕਰੇ ਤੇ ਕੇਵਲ ਟੀਚਰ ਦੇ ਤੌਰ ਤੇ ਜਾ ਕੇ ਇੱਦਾਂ ਕਰਨ ਦਾ ਯਤਨ ਕਰੇ ਤਾਂ ਫਿਰ ਉਹਨੂੰ ਨਹੀਂ ਸਫਲਤਾ ਮਿਲੇਗੀ। ਕਮਾਈ ਤਾਂ ਕਰਨੀ ਪੈਂਦੀ ਹੈ। ਹਰ ਕੋਈ ਬੰਦਾ ਤੇ ਨਹੀਂ ਦੁਕਾਨ ਡਾਕਟਰ ਦੀ ਜਿਹੜੀ ਖੋਲ ਕੇ, ਹਸਪਤਾਲ ਖੋਲ ਕੇ ਆਖੇ ਆਪਰੇਸ਼ਨ ਕਰਨਾ, ਉਹਨੂੰ ਪੜ੍ਹਾਈ ਡਿਗਰੀ ਤਾਂ ਲੈਣੀ ਪੈਂਦੀ ਹੈ ਨਾ। ਜੇ ਕਿ ਇੱਕ ਸੰਸਾਰੀ ਉਦਾਹਰਨ ਨਾਮ ਦੇ ਬਰਾਬਰ ਨਹੀਂ ਠਹਿਰਦੀ, ਪਰ ਸਮਝਣ ਲਈ ਵੀ ਜੇ ਕੋਈ ਅਫਸਰ ਲੱਗਦਾ ਹੈ, ਜੇ ਕੋਈ ਆਖੇ ਮੈਂ ਪੜ੍ਹਾਂ ਨਾ ਤੇ ਅਫਸਰ ਲੱਗ ਜਾ, ਉਹਨੂੰ ਪੜ੍ਹਾਈ ਕਰਨੀ ਪੈਂਦੀ ਹੈ। ਇੱਦਾਂ ਕਮਾਈ ਜਿਹੜਾ ਕਰੇ, ਕਮਾਈ ਵਾਲੀ ਰਸਨਾ ਤੇ ਬਰਕਤ ਹੁੰਦੀ ਹੈ। ਫਿਰ ਉਹ ਵੱਡੇ ਵੱਡੇ ਰੋਗੀਆਂ ਦੇ ਰੋਗ ਮੇੜ ਦਿੰਦੀ, ਮਰਿਆਂ ਨੂੰ ਜਿਉਂਦਿਆਂ ਕਰ ਦਿੰਦੀ ਹੈ ਕਮਾਈ ਪਰਮੇਸ਼ਰ ਦੇ ਨਾਮ ਦੀ ਕੀਤੀ। ਸੋ ਭਗਤ ਕਬੀਰ ਸਾਹਿਬ ਮਹਾਰਾਜ ਤੇ ਮਾਈ ਲੋਈ ਇਹਦਾ ਰਾਮ ਨਾਮ ਕਹਾ ਕੇ ਕਈਆਂ ਦੇ ਦੁੱਖ ਮੇਟਦੇ ਸਨ। ਹੁਣ ਸਾਡੇ ਭਲੇ ਵਾਸਤੇ ਚਿੱਤ ਦੀ ਬਿਰਤੀ ਨਾਲ ਠਹਿਰਦੀ ਵੇਖ ਕਰਕੇ ਜੀਵ ਈਸ਼ ਦੀ ਬੇਨਤੀ ਪਰਮੇਸ਼ਰ ਦੇ ਸਨਮੁਖ ਕਰਦੇ ਹਨ। ਕਰਵਟ ਨਾ ਕਰਵਟੀ ਕਰਵਟ ਤੇਰੀ, ਕਰਵਟ ਭਲਾ ਨਾ ਕਰਵਟ ਤੇਰੀ। ਭਗਤ ਕਬੀਰ ਸਾਹਿਬ ਜੀ ਆਪਣੇ ਆਪ ਨੂੰ ਜੀਵ ਇਸਤਰੀ ਦੇ ਰੂਪ ਦੇ ਵਿੱਚ, ਪਤਨੀ ਰੂਪ ਦੇ ਵਿੱਚ ਤੇ ਪਰਮੇਸ਼ਰ ਨੂੰ ਪਤੀ ਮਾਲਕ ਦੇ ਰੂਪ ਦੇ ਵਿੱਚ ਕਹਿ ਕੇ ਬੇਨਤੀ ਕਰਦੇ ਨੇ, ਇਹ ਸੁਆਮੀ, ਇਹ ਮਾਲਕ, ਇਹ ਪਤੀ, ਇਹ ਵਾਹਿਗੁਰੂ ਜੀ, ਜਿਹੜਾ ਆਰੇ ਦੇ ਨਾਲ ਚੀਰਿਆ ਜਾਣਾ ਹੈ ਨਾ, ਭਾਵੇਂ ਕਿ ਸਰੀਰਕ ਤੌਰ ਤੇ ਇਹ ਕਿਰਿਆ ਬੜੀ ਦੁਖਦਾਈ ਹੈ, ਸਰੀਰ ਦਾ ਕੋਈ ਥੋੜਾ ਜਿਹਾ ਹਿੱਸਾ ਵੀ ਚੀਰਿਆ ਜਾਵੇ ਤਾਂ ਬੰਦੇ ਦੀ ਹਾਏ ਨਿਕਲਦੀ ਹੈ, ਦੁੱਖ ਹੁੰਦਾ ਹੈ, ਹਰ ਕੋਈ ਭੱਜਦਾ ਹੈ ਵੀ ਇਹਨੂੰ ਮੈਂ ਠੀਕ ਕਰਾਂ। ਪਰ ਵਿਰਾਗ ਦੀ ਅਵਸਥਾ ਵਿੱਚ ਚਿੱਤ ਨਾ ਟਿਕਦਾ ਜਾਣ ਕੇ ਕਹਿੰਦੇ ਮਹਾਰਾਜ ਇਹਦੇ ਨਾਲੋਂ ਤੇ ਚੰਗਾ ਫਿਰ ਇਹ ਹੈ ਕਰਵਤ ਭਲਾ, ਵੀ ਜਿਹੜਾ ਆਰਾ ਇਹਦੇ ਨਾਲ ਚੀਰਿਆ ਜਾਣਾ ਭਲਾ ਹੈ ਕਾਂਛੀ ਦੇ ਆਰੇ ਦੇ ਨਾਲ, ਨਾ ਕਰਵਟ ਤੇਰੀ। ਪਰ ਜਿਹੜਾ ਮਹਾਰਾਜ ਤੇਰੇ ਬਿਰਤੀ ਸਾਡੀ ਤੇਰੇ ਸਨਮੁਖ ਨਹੀਂ ਹੁੰਦੀ, ਚਿੱਤ ਜਿਹੜਾ ਤੇਰੇ ਸਨਮੁਖ ਨਹੀਂ ਠਹਿਰਦਾ, ਇਹ ਜਿਹੜੀ ਪਿੱਠ ਹੋਈ ਆ ਨਾ ਤੇਰੇ ਵੱਲੋਂ ਬੇਮੁਖ ਹੋਣ ਰੂਪੀ, ਇਹ ਕਰਵਟ ਨਹੀਂ ਮਹਾਰਾਜ, ਤੇਰੇ ਵੱਲੋਂ ਪਿੱਠ ਨਹੀਂ ਸਾਨੂੰ ਚੰਗੀ ਲੱਗਦੀ। ਇਹਦੇ ਨਾਲੋਂ ਤੇ ਚੰਗਾ ਹੈ ਵੀ ਆਰੇ ਨਾਲ ਹੀ ਚੀਰੇ ਜਾਈਏ। ਇਹੋ ਜਿਹੇ ਜੀਵਨ ਦਾ ਕੀ ਕਰਨਾ ਹੈ ਜੇ ਬਿਰਤੀ ਤੇਰੇ ਸਨਮੁਖ ਨਹੀਂ ਹੋਣੀ, ਜੇ ਚਿੱਤ ਮਹਾਰਾਜ ਤੁਹਾਡੇ ਚਰਨਾਂ 'ਚ ਨਹੀਂ ਠਹਿਰਨਾ। ਅਥਵਾ ਮਹਾਰਾਜ ਆਰੇ ਨਾਲ ਕਾਂਛੀ ਦੇ ਕਲਵੱਤਰ ਦੇ ਨਾਲ ਚੀਰਿਆ ਜਾਣਾ ਭਲਾ ਹੈ, ਪਰ ਆਪ ਜੀ ਦੀ ਪ੍ਰਾਪਤੀ ਨਾ ਹੋਣ ਰੂਪੀ ਮਹਾਰਾਜ ਜੀ ਇਹ ਜਿਹੜੀ ਪਿੱਠ ਹੈ ਨਾ, ਇਹ ਸਾਡੇ ਵਾਸਤੇ ਭਲੀ ਚੰਗੀ ਨਹੀਂ ਹੈ। ਨਾਗ ਗਲੇ ਸੁਣ ਬਿਨਤੀ ਮੇਰੀ, ਮੇਰੀ ਮਹਾਰਾਜ ਜੀ ਬੇਨਤੀ ਸੁਣੋ, ਅਰਦਾਸ ਸੁਣੋ ਵੀ
ਆਪ ਪ੍ਰਤੱਖ ਵੀ ਸਾਖਿਆਤ ਸਰਗੁਣ ਰੂਪ ਹੋ ਕੇ ਤੇ ਪ੍ਰਤੱਖ ਗਲੇ ਦੇ ਨਾਲ ਲੱਗਣਾ ਕਰੋ, ਮਿਲਣਾ ਕਰੋ। ਜਾਂ ਮਹਾਰਾਜ ਸਾਡੇ ਅਭੇਦ ਨੀਚੇ ਰੂਪੀ ਕੰਠ ਗਲੇ ਦੇ ਨਾਲ ਸਾਨੂੰ ਲਾਉਣਾ ਕਰੋ। ਸਾਡੇ ਚਿੱਤ ਦੇ ਵਿੱਚ ਆਪ ਮਹਾਰਾਜ ਆ ਕੇ ਆਪਣਾ ਨਿਵਾਸ ਸਾਖਿਆਤ ਰੂਪ ਦੇ ਵਿੱਚ ਕਰੋ। ਜੇ ਪ੍ਰਤੱਖ ਗਲੇ ਨਾਲ ਲੱਗੀਦਾ ਹੈ, ਸਾਨੂੰ ਮਹਾਰਾਜ ਜਿਹੜਾ ਨਿਸ਼ਚਾ ਬਖਸ਼ਣਾ ਹੈ ਆਪਣੇ ਸਰੂਪ ਦਾ, ਤੇ ਫਿਰ ਆਪਣੇ ਵਿੱਚ ਹੀ ਅਭੇਦ ਕਰ ਲੈਣਾ ਹੈ। ਇਹ ਅਭੇਦ ਨਿਸ਼ਚੈ ਰੂਪੀ ਕੰਠ ਦੇ ਨਾਲ ਗਲੇ ਦੇ ਨਾਲ ਸਾਡੇ ਮਹਾਰਾਜ ਲੱਗਣਾ ਕਰੋ। ਇਹ ਬੇਨਤੀ ਹੈ। ਮਹਾਰਾਜ ਮੈਂ ਆਪ ਤੋਂ ਵਾਰੀ ਬਲਹਾਰ ਕੁਰਬਾਨ ਸਦਕੇ ਜਾਨੀ ਹਾਂ। ਆਪ ਮੁਖ ਫੇਰ ਪਿਆਰੇ ਹੈ ਮੇਰੇ ਪਿਆਰੇ ਮਾਲਕ ਵਾਹਿਗੁਰੂ ਜੀ। ਆਪ ਜੀ ਮਹਾਰਾਜ ਸਾਨੂੰ ਆਪਣੇ ਸਨਮੁਖ ਕਰਨ ਰੂਪੀ ਮੁਖ ਫੇਰ ਨਾ ਕਰੋ। ਸਾਡਾ ਚਿੱਤ ਤੁਹਾਡੇ 'ਚ ਠਹਿਰ ਜਾਵੇ, ਸਾਡੀ ਬਿਰਤੀ ਮਹਾਰਾਜ ਤੁਹਾਡੇ ਨਾਲ ਪ੍ਰੀਤੀ ਲੱਗ ਜਾਵੇ, ਸਾਖਿਆਤ ਹੋ ਜੋ। ਸਨਮੁਖ ਹੋਣ ਰੂਪੀ ਚਿੱਤ ਮਹਾਰਾਜ ਮੁਖ ਸਾਡੇ ਵੱਲ ਫੇਰ ਨਾ ਕਰੋ, ਭਾਵ ਆਪਣੇ ਦਰਸ਼ਨ ਬਖਸ਼ੋ। ਕਰਵਟ ਦੇ ਮੋਕਉ ਕਾਹੇ ਕਉ ਮਾਰੇ, ਕਰਵਟ ਦੇ ਮੋਕਉ ਕਾਹੇ ਕੋ ਮਾਰੇ। ਮਹਾਰਾਜ ਆਪਣੀ ਕਰਵਟ ਪਿੱਠ ਦੇ ਕੇ, ਭਾਵ ਆਪਣੇ ਤੋਂ ਬੇਮੁਖ ਕਰਕੇ ਇਹ ਸਾਨੂੰ ਕਾਹਦੇ ਵਾਸਤੇ ਮਹਾਰਾਜ ਮਾਰ ਰਹੇ ਹੋ? ਟੇਢੀਆਂ ਜੂਨਾਂ ਵਿੱਚ ਕਾਹਦੇ ਲਈ ਪਾਉਣ ਲਈ ਛੱਡ ਰਹੇ ਹੋ? ਜੰਮਣ ਮਰਨ ਵਿੱਚ ਕਿਉਂ ਪਾਉਂਦੇ ਹੋ? ਦਇਆ ਕਰੋ ਮਹਾਰਾਜ। ਮਾਤਾ ਦੇ ਉਦਰ ਦੇ ਸਵਾਸ ਸਵਾਸ ਨਾਮ ਜਪਣ ਦੀ ਦਾਤ ਆਪ ਜੀ ਨੇ ਬਖਸ਼ੀ ਹੈ। ਇਸੇ ਤਰ੍ਹਾਂ ਹੁਣ ਵੀ ਸਨਮੁਖ ਹੋਵੋ, ਹੁਣ ਵੀ ਆਪ ਕਿਰਪਾ ਕਰੋ, ਸਾਡਾ ਚਿੱਤ ਤੁਹਾਡੇ ਚਰਨਾਂ ਦੇ ਵਿੱਚ ਠਹਿਰ ਜਾਵੇ, ਸਾਡੀ ਮਹਾਰਾਜ ਬਿਰਤੀ ਲੱਗ ਜਾਵੇ। ਆਪ ਆਪਣੇ ਤੋਂ ਬੇਮੁਖ ਕਰਨ ਰੂਪੀ ਸਾਨੂੰ ਕਰਵਟ ਦੇ ਕੇ ਕਾਹਦੇ ਵਾਸਤੇ ਮਹਾਰਾਜ ਜੂਨੀਆਂ ਵਿੱਚ ਪਾਉਣ ਰੂਪੀ ਮਾਰਦੇ ਹੋ? ਵਿਸ਼ਰਾਮ ਦੇ ਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਜੋ ਜੇ ਕਰਕੇ ਮਹਾਰਾਜ ਤੁਸੀਂ ਸਾਡੀ ਪਰਖ ਦੇ ਲਈ ਸਾਡੇ ਤਨ ਨੂੰ ਵੀ ਚੀਰ ਕੇ ਰੱਖਦੇ ਹੋ ਨਾ ਵਿਚਾਲੋਂ, ਤਾਂ ਵੀ ਮਹਾਰਾਜ ਅਸੀਂ ਅੰਗ ਨਾ ਮੋੜੋ। ਆਪਣਾ ਜਿਹੜਾ ਹਿਰਦਾ ਰੂਪੀ ਅੰਗ ਹੈ ਉਹ ਤੁਹਾਡੇ ਵੱਲੋਂ ਬੇਮੁਖ ਕਰਨ ਰੂਪੀ ਨਹੀਂ ਮੋੜਾਂਗੇ। ਜੇ ਤੁਸੀਂ ਮਹਾਰਾਜ ਪਰਖ ਕਰਨ ਰੂਪੀ ਜਿਹੜਾ ਸਾਨੂੰ ਚੀਰ ਵੀ ਦਿਓਗੇ ਤਾਂ ਅਸੀਂ ਆਪ ਜੀ ਤੋਂ ਹਿਰਦਾ ਬੇਮੁਖ ਕਰਨ ਰੂਪੀ ਅੰਗ ਨਹੀਂ ਮੋੜਾਂਗੇ, ਭਾਵ ਪਰਖ ਵੀ ਲਓਗੇ ਤਾਂ ਤੁਹਾਡੇ ਤੋਂ ਬੇਮੁਖ ਨਹੀਂ ਹੋਵਾਂਗੇ। ਕਰਾਂ ਤੁਸੀਂ ਕਿਰਪਾ ਕਰਦੇ ਹੋ। ਪਿੰਡ ਪਰੈ ਤਉ ਪ੍ਰੀਤ ਨਾ ਤੋਰੋ, ਪਿੰਡ ਪਰੈ ਮਹਾਰਾਜ ਜਿਹੜਾ ਸਾਡਾ ਪਿੰਡ ਸਰੀਰ ਹੈ, ਇਹ ਭਾਵੇਂ ਕਹਿੰਦੇ ਵੀ ਜਾਂਦਾ ਵੀ ਰਹੇ, ਭਾਵੇਂ ਜਿਹੜਾ ਸਰੀਰ ਹੈ ਫਟ ਵੀ ਜਾਵੇ, ਤੋ ਪ੍ਰੀਤ ਨਾ ਤੋੜੋ। ਤੁਹਾਡੇ ਨਾਲੋਂ ਮਹਾਰਾਜ ਪ੍ਰੀਤੀ ਨਹੀਂ ਤੋੜਾਂਗੇ, ਤੁਹਾਡੇ ਨਾਲੋਂ ਪ੍ਰੇਮ ਨਹੀਂ ਅਸੀਂ ਆਪਣਾ ਤਿਆਗਾਂਗੇ। ਹਮ ਤੁਮ ਬੀਚ ਭਇਓ ਨਹੀਂ ਕੋਈ, ਮਹਾਰਾਜ ਹਮ ਸਾਡੇ ਚ ਤੇ ਤੁਮ ਤੁਹਾਡੇ ਚ ਬੀਚ। ਹੁਣ ਮਹਾਰਾਜ ਕੋਈ ਦਵੈਤ ਦਾ ਪਰਦਾ ਤੇ ਨਹੀਂ ਰਹਿ ਗਿਆ, ਦੂਈ ਦਵੈਤ ਤਾਂ ਨਹੀਂ, ਕਿਸੇ ਤਰ੍ਹਾਂ ਦੀ ਹਉਮੈ ਦੀ ਕੰਧ ਨਹੀਂ ਹੈ। ਆਪ ਜੀ ਨੇ ਕਿਰਪਾ ਕਰਕੇ ਤੇ ਹੁਣ ਮਹਾਰਾਜ ਸਾਡੇ ਅੰਦਰੋਂ ਸਾਰੇ ਪਰਦੇ ਤਾਂ ਝਾਕੀ ਦਿੱਤੇ ਹਨ। ਤੁਮ ਹੈ ਸੁਕੰਤ ਨਾਰ ਹਮ ਸੋਈ, ਤੁਮੇ ਤੁਸੀਂ ਮਹਾਰਾਜ ਸੋ ਉਹੀ ਸਾਡੇ ਕੰਤ ਸੁਆਮੀ ਮਾਲਕੋ, ਤੇ ਨਾਰ ਹਮ ਸੋਈ, ਤੇ ਹਮ ਮੈਂ ਉਹੀ ਤੁਹਾਡੀ ਮਹਾਰਾਜ ਜੀਵ ਇਸਤਰੀ ਆ, ਤੇ ਤੁਸੀਂ ਮਹਾਰਾਜ ਸੱਚੇਤਨ ਆਨੰਦ ਰੂਪੀ ਸਾਡੇ ਉਹੀ ਮਾਲਕ ਹੋ, ਜੁਗਾਂ ਜੁਗਾਂ ਤੋਂ ਜੋ ਸਾਡੇ ਪਾਲਣਹਾਰ ਹੋ। ਕਹਿਤ ਕਬੀਰ ਸੁਣੋ ਰੇ ਲੋਈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਲੋਈ ਸਾਰਿਆਂ ਨੂੰ ਪ੍ਰਕਾਸ਼ਣ ਵਾਲੇ, ਹੇ ਸਭ ਨੂੰ ਪ੍ਰਕਾਸ਼ ਕਰਨ ਵਾਲੇ, ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ, ਮੇਰੀ ਬੇਨਤੀ ਮੇਰੀ ਅਰਦਾਸ ਸੁਣ ਕਰੋ। ਅਬ ਤੁਮਾਰੀ ਪ੍ਰਤੀਤ ਨ ਹੋਈ, ਅਬ ਹੁਣ ਤੀਕਰ ਮਹਾਰਾਜ ਸਾਨੂੰ ਤੁਹਾਡੇ ਸਰੂਪ ਦੀ ਪ੍ਰਤੀਤੀ ਨਹੀਂ ਹੋਈ। ਮਹਾਰਾਜ ਹੁਣ ਤੀਕਰ ਕਈ ਜਨਮ ਲੈ ਕੇ ਆ ਗਏ ਹਾਂ, ਪਰ ਤੁਹਾਡੇ ਸਰੂਪ ਦੀ ਸਾਨੂੰ ਪ੍ਰਤੀਤ ਸਖਿਆਤਤਾ ਨਹੀਂ ਹੋਏ।
ਹੁਣ ਤੀਕਰ ਤੁਹਾਡੇ ਸਰੂਪ ਦੇ ਮਹਾਰਾਜ ਸਾਨੂੰ ਪ੍ਰਤੱਖ ਦਰਸ਼ਨ ਨਹੀਂ ਹੋਏ, ਸਾਡੇ ਉੱਤੇ ਕਿਰਪਾ ਕਰਕੇ ਤੇ ਹੁਣ ਸਾਖਿਆਤ ਰੂਪ ਦੇ ਦਰਸ਼ਨ ਬਖਸ਼ ਦਿਓ। ਜਾਂ ਇਹ ਦੋ ਪੰਕਤੀਆਂ ਦਾ ਇਦਾਂ ਵੀ ਭਾਵ ਲੈਂਦੇ ਨੇ ਕਈ ਨਵੀਨ ਗਿਆਨੀ ਵੀ, ਕਹਿਤ ਕਬੀਰ ਸੁਨੋ ਰੇ ਲੋਈ, ਕਬੀਰ ਸਾਹਿਬ ਕਹਿੰਦੇ ਹੈ ਲੋਈ ਲੋਕੋ ਸੁਣੋ, ਅਬ ਤੁਮਰੀ ਪ੍ਰਤੀਤ ਨਾ ਹੋਈ, ਵੀ ਹੁਣ ਸਾਨੂੰ ਤੁਹਾਡੀ ਪ੍ਰਤੀਤੀ ਭਾਵ ਅਸੀਂ ਹੁਣ ਤੁਹਾਡੇ ਮੋਹ ਦੇ ਵਿੱਚ ਨਹੀਂ ਪੈਂਦੇ, ਹੁਣ ਤੁਹਾਡੇ ਵਾਲੇ ਪਾਸੇ ਸਾਡਾ ਧਿਆਨ ਨਹੀਂ, ਹੁਣ ਧਿਆਨ ਸਾਡਾ ਵਾਹਿਗੁਰੂ ਵੱਲ ਹੈ। ਪਰ ਮੁੱਖ ਭਾਵ ਇਹੀ ਜਾਣਾ ਵੀ ਇਹ ਪ੍ਰਕਾਸ਼ ਰੂਪ ਵਾਹਿਗੁਰੂ ਜੀ, ਹੁਣ ਤੀਕਰ ਸਾਨੂੰ ਇਸ ਮਨੁੱਖਾ ਜਨਮ ਦੇ ਵਿੱਚ ਤੁਹਾਡੀ ਪ੍ਰਤੀਤੀ, ਤੁਹਾਡਾ ਭਰੋਸਾ, ਤੁਹਾਡੀ ਸਾਖ ਆਦਤਾ ਨਹੀਂ ਹੋਈ, ਕਿਰਪਾ ਕਰਕੇ ਤੇ ਸਾਨੂੰ ਆਪਣੇ ਸਾਖ ਆਦ ਸਰੂਪ ਦੇ ਦਰਸ਼ਨ ਕਰਾਓ ਮਹਾਰਾਜ। ਤੇ ਇਹ ਭਾਵਨਾ ਰੱਖਦਿਆਂ ਹੋਇਆ, ਬੇਨਤੀ ਕਰਦਿਆਂ ਹੋਇਆ, ਜਿਹੜਾ ਜੀਵ ਹੈ ਭਗਤ ਕਬੀਰ ਸਾਹਿਬ ਜੀ ਨਾਮ ਜਪਦੇ ਨੇ, ਕਿਉਂਕਿ ਬੇਨਤੀ ਵੀ ਕੰਮ ਕਰਨੀ ਹੈ ਤੇ ਬੇਨਤੀ ਦੇ ਨਾਲ ਤਦੋਂ ਫਿਰ ਸੰਪੂਰਨਤਾ ਮਿਲਦੀ ਹੈ। ਜੇ ਕੋਈ ਅਭਿਆਸ ਵੀ ਕਰੇ, ਅਭਿਆਸ ਕਰਦਿਆਂ ਫਿਰ ਬੇਨਤੀ ਕਰੇ, ਬੇਨਤੀ ਕਰਕੇ ਫਿਰ ਅਭਿਆਸ ਕਰੇ, ਫਿਰ ਮਹਾਰਾਜ ਬਖਸ਼ਿਸ਼ ਕਰਦੇ ਨੇ। ਜੇ ਜਪੀਏ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਰਮੇਸ਼ਰ ਦੇ ਸਨਮੁਖ ਜੀਵ ਦੀ ਐਸੀ ਭਾਵਨਾ ਦੀ ਬੇਨਤੀ ਹੋਣੀ ਚਾਹੀਦੀ, ਮਹਾਰਾਜ ਦੇ ਨਾਲ ਏਕਤਾ ਦੇ ਵਾਸਤੇ ਅਰਦਾਸ ਕਰੇ। ਤੇ ਲੋਈ ਜੀ ਦੇ ਦ੍ਰਿਸ਼ਟਾਂਤ ਦੇ ਵਿੱਚ ਜੋ ਸਮਝਾਇਆ ਹੈ, ਪਰਮੇਸ਼ਰ ਦੇ ਨਾਮ ਦੀ ਹਰ ਇੱਕ ਗੁਰਸਿੱਖ ਨੂੰ ਕਦਰ ਹੋਵੇ, ਸੇਵਾ ਭਾਵਨਾ ਦੇ ਉੱਤੇ ਤਰਕ ਨਾ ਕਰੇ। ਤੇ ਕਦੀ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਰੱਬ ਦੇ ਪਿਆਰਿਆਂ ਨਾਲ ਮਸ਼ਕਰੀ ਨਾ ਕਰੇ। ਐਸਾ ਭਾਵ ਸਾਖੀਆਂ ਰਾਹੀਂ ਵੀ ਸਿਧਾਂਤ ਦ੍ਰਿੜ ਕਰਾਇਆ ਹੈ। ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਬਖਸ਼ਿੰਦਾ ਬਖਸ਼ਣਹਾਰ ਹੈ, ਬਖਸ਼ ਲੈਣਾ। ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨ ਹੋਈ। ਵਾਹਿਗੁਰੂ ਜੀ ਕਾ ਖਾਲਸਾ